श्री वाहेगुरु साहिब जीओ। एक ओंकार सतनाम करता पुरख निरभउ निरवैर अकाल मूरत आजुनी सैभं गुर प्रसाद। हम मैले तुम उजल करते, हम निर्गुण तू दाता। हम मूरख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। निको ठाकुर जैसा माधो हर 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 मुख कहिए, हम ते कछु न होवै स्वामी। जो राखो त्यों रहिए, क्या किश करे के करनहारा। क्या इस हाथ विचारे, जित तुम लावहो तित ही लागा। पूरन खसम हमारे, करो कृपा सर्व के दाते। एक रूप निवलावहो, नानक की बेनंती हर पह। अपना नाम जपाहो, सुखहो तन गुर सेविय। अहनस सहज सुभाय, दर्शन परसे गुरु कै। जन्म मरण दुख जाय, होवै सिफत सामली। नूर अरसों पुरसों बोध जिठे सच्चे पातशाह। माल जन्म जन्म की कटिया, सजन सच्चा पातशाह। सिर साह जिस पास बैठया सोही। सबना दावे साहु, जिस पास बैठया सोही। सबना दावे
ਵਾਹਿਗੁਰੂ ਸਾਹਿਬ ਜੀ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ। ਸਾਜਨ ਮਿਲਿਆ ਸੁਖ ਪਾਇਆ, ਜਬ ਦੂਤ ਹੋਏ ਜਿਤ ਪਾਏ। ਨਾਵੈ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਬਾਜ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨ ਪਾਏ। ਗੁਰਮਤਿ ਪ੍ਰਗਾਸ ਹੋਏ, ਸੱਚ ਰਹਿ ਲਿਵਲਾਏ। ਤਿੱਥੈ ਕਾਲ ਨ ਸੰਚਰੈ, ਜੋਤੀ ਜੋਤ ਮਿਲਾਏ। ਸਤਿਗੁਰ ਅੱਗੇ ਅਰਦਾਸ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਾਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ, ਕਰਨਾ ਨਿਧਾਨ, ਕਿਰਪਾ ਦੀ ਖਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰਿਆਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਦੇਗ ਦੇ ਧਨੀ, ਮਰਦ ਅਗਮੜੇ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ, ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਤਿਕਾਰਯੋਗ ਗੁਰੂ ਕੀ ਸੰਗਤ ਜੀਓ, ਆਪ ਜੀ ਵਡਭਾਗੇ ਹੋ, ਸੰਤਾਂ ਦੇ ਯੋਗ ਹੋ। ਜੋ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਪਾਵਨ ਸਥਾਨ ਤੇ ਹਾਜ਼ਰੀਨ ਹੋ ਕੇ ਹਾਜ਼ਰੀ ਭਰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਨੂੰ ਨਤਮਸਤਕ ਹੁੰਦੇ। ਸਾਹਿਬਾਂ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਗੁਰ ਸੰਗਤ ਅੰਦਰ ਅਸਥਾਨ ਤੇ ਸੱਜ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹ ਦੀ ਅੰਮ੍ਰਿਤ ਬਾਣੀ ਤੁਰਕੀ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਸਥਾਨ ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਤੁਰਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਡੇ ਕਲਯੁਗੀ ਜੀਵਾਂ ਦੇ ਭਲੇ ਹੇਤ ਸਮੂਹ ਸ੍ਰਿਸ਼ਟੀ ਦੀ ਮਾਨਵਤਾ ਦੀ ਕਲਿਆਣ ਕਰਨ ਵਾਲਾ ਸਰਬ ਸਾਂਝਾ ਪਾਵਨ ਉਪਦੇਸ਼ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁੱਖ ਮੰਡਲ ਤੋਂ
ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਰਾਗ ਦੇ ਅੰਦਰ ਦਰਜ ਹੈ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਕੁਝ ਸਮੇਂ ਵਾਸਤੇ ਇਸ ਪਾਵਨ ਉਪਦੇਸ਼ ਦੀ ਵਿਚਾਰ ਕਰਨੀ ਹੈ ਕਿ ਸਾਹਿਬਾਨ ਜੀ ਦਾ ਪਾਵਨ ਉਪਦੇਸ਼ ਅੰਦਰ ਸਿਧਾਂਤ, ਸਿੱਖਿਆ, ਫਲਸਫਾ, ਉਪਦੇਸ਼ ਕੀ ਹੈ। ਇਸ ਪਾਵਨ ਸ਼ਬਦ ਦੀ ਜੋ ਰਹਾਉ ਵਾਲੀ ਪੰਕਤੀ, ਰਹਾਉ ਵਾਲੇ ਬੰਦ ਹਨ, ਉਹਨਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਇਸ ਸ਼ਬਦ ਦਾ ਸਮੁੱਚਾ ਮੂਲ ਭਾਵ, ਕੇਂਦਰੀ ਭਾਵ ਰੱਖਿਆ ਹੈ। ਭਾਈ ਰੇ ਇਉ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸਾ, ਪਵੇ ਅਚਿੰਤਾ ਜਾਲ। ਜੀਵਨ ਦੀ ਅਟੱਲ ਸੱਚਾਈ ਨੂੰ ਬਿਆਨ ਕਰਦਿਆਂ ਹੋਇਆਂ ਮਨੁੱਖ ਨੂੰ ਸੁਚੇਤ ਤੇ ਸਾਵਧਾਨ ਕਰਦਿਆਂ ਸਾਹਿਬਾਂ ਫਰਮਾਇਆ ਹੈ ਕਿ ਜਿਵੇਂ ਅਚਾਨਕ ਮੱਛੀ ਨੂੰ ਜਾਲ ਪੈ ਜਾਂਦਾ, ਮੱਛੀ ਪਕੜੀ ਜਾਂਦੀ ਹੈ। ਅਸਮਾਨ ਦੇ ਵਿੱਚ ਉਡਾਰੀਆਂ ਲਾਉਂਦੇ ਪੰਛੀ ਨੂੰ ਬਾਜ਼ ਪੈ ਜਾਂਦੇ ਹਨ, ਚਿੱਤਰੇ ਪੈ ਜਾਂਦੇ ਹਨ, ਲਹਿਰੀ ਪੈ ਜਾਂਦੀ ਹੈ, ਸਿਚਾਨੇ ਘੇਰ ਲੈਂਦੇ ਹਨ, ਆਪਣਾ ਭੋਜਨ ਬਣਾ ਕੇ ਖਾ ਜਾਂਦੇ ਹਨ। ਇਸੇ ਤਰ੍ਹਾਂ ਹੀ ਕਾਲ ਦਾ ਜਾਲ, ਮੌਤ ਦਾ ਬਾਜ਼ ਪਤਾ ਨਹੀਂ ਆ ਕਰਕੇ ਕਦੋਂ ਇਸ ਜੀਵ ਨੂੰ ਘੇਰ ਲਵੇ, ਇਸ ਦੀ ਸਮਾਪਤੀ ਕਰ ਦੇਵੇ। ਇੱਕ ਹੋਰ ਪ੍ਰਮਾਣ ਦਿੱਤਾ ਹੈ ਅਦਕ ਦਾ, ਜੋ ਜੀਵਾਂ ਨੂੰ ਫਾਹੀ ਲਾ ਕੇ ਚੋਗਾ ਪਾ ਕਰਕੇ ਫਸਾਉਂਦਾ ਹੈ। ਸਾਹਿਬਾਂ ਨਾਲ ਹੀ ਬਖਸ਼ਿਸ਼ ਕਰਕੇ ਸਮਝਾ ਦਿੱਤਾ ਹੈ, ਗੁਣ ਰਾਖੇ ਸੇ ਉਪਰੇ ਹੋਰ ਪਾਥੇ ਚੋਗੇ ਸਾਥ। ਮਾਇਆ ਦੀ ਚੋਗ, ਔਗਣਾ ਦਾ ਚੋਗਾ, ਮੋਹ ਦਾ ਚੋਗਾ, ਬੁਰਾਈਆਂ ਦਾ ਚੋਗਾ ਮਨੁੱਖ ਨੂੰ ਜਨਮਾਂ ਜਨਮਾਂਤਰਾਂ ਦਾ ਸਾਥੀ ਹੋਣ ਕਰਕੇ ਆਪਣੀ ਤਰਫ, ਆਪਣੇ ਵੱਲ ਖਿੱਚਦਾ ਹੈ, ਧੂਹ ਪਾਉਂਦਾ ਹੈ, ਜਿਸ ਕਰਕੇ ਮਨੁੱਖ ਦੀ ਸੁਰਤ ਹਮੇਸ਼ਾ ਹੀ ਨਿਵਾਣਾ ਵਾਲੇ ਪਾਸੇ ਜਾਂਦੀ ਰਹਿੰਦੀ ਹੈ। ਇਸ ਨੂੰ ਉੱਚਾ ਚੁੱਕਣ ਵਾਸਤੇ ਮਾਇਆ ਦੇ ਦੇਸ਼ ਤੋਂ ਉੱਪਰ ਚੁੱਕ ਕੇ ਨਿਰੰਕਾਰ ਦੇ ਦੇਸ਼ ਦਾ ਵਾਸੀ ਬਣਾਉਣ ਵਾਸਤੇ ਗੁਰੂ ਦੇ ਸ਼ਬਦ ਦੀ, ਸਿੱਖਿਆ ਦੀ, ਨਾਮ ਬਾਣੀ ਦੇ ਅਭਿਆਸ ਦੀ ਅਤਿਅੰਤ ਹੀ ਜ਼ਰੂਰਤ ਹੈ, ਲੋੜ ਹੈ। ਕਾਲ ਭਾਵੇਂ ਅਕੱਟ ਮੰਨਿਆ ਹੈ ਕਿ ਕਾਲ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ, ਪਰ ਅੱਜ ਦੇ ਉਪਦੇਸ਼ ਅੰਦਰ ਸਾਹਿਬਾਂ ਨੇ ਉਸ ਕਾਲ ਦੇ ਪ੍ਰਭਾਵ ਤੋਂ ਬਚਣ ਦਾ ਸਾਹਿਬਾਂ ਨੇ ਢੰਗ ਤਰੀਕਾ ਸਮਝਾਇਆ ਹੈ। ਜਿਵੇਂ ਕੋਈ ਠੰਡੀਆਂ ਹਵਾਵਾਂ ਮੰਨਣਾ ਚਾਹੇ ਤੇ ਉਹਨੂੰ ਬਰਫੀਲੇ ਪਹਾੜਾਂ ਵਿੱਚ ਜਾਣ ਦੀ ਲੋੜ, ਉੱਥੇ ਜਾ ਕੇ ਗਰਮੀ ਮਹਿਸੂਸ ਨਹੀਂ ਹੋਵੇਗੀ। ਠੰਡੀਆਂ ਬਰਫਾਂ ਵਾਲੀਆਂ ਥਾਵਾਂ ਤੋਂ ਠੰਡਕ ਮਾਣੇਗਾ, ਬਹੁਤੀ ਸਰਦੀ ਠੰਡ ਲੱਗਦੀ ਹੈ। ਅੱਗ ਦੇ ਨੇੜੇ ਜਾਣ ਕਰਕੇ, ਸੂਰਜ ਦੀ ਤਿੱਖੀ ਧੁੱਪ ਪੈਣ ਕਰਕੇ ਉਸ ਦੇ ਸਰੀਰ ਦੀ ਠੰਡ ਦੂਰ ਹੋ ਸਕਦੀ ਹੈ, ਸਰੀਰ ਵਿੱਚ ਗਰਮੀ ਮਹਿਸੂਸ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਜਦੋਂ ਕੋਈ ਨਿਰੰਕਾਰ ਦੇ ਦੇਸ਼ ਵਿੱਚ ਉਸ ਦੇ ਉਰੇ ਵਿੱਚ ਪਹੁੰਚ ਜਾਂਦਾ ਹੈ ਤਾਂ ਉੱਥੇ ਫਿਰ ਕਾਲ ਦਾ ਭੈ, ਕਾਲ ਦੀ ਪਕੜ, ਕਾਲ ਦਾ ਪ੍ਰਭਾਵ ਮਨੁੱਖ ਦੇ ਉੱਪਰ ਆਪਣਾ ਅਸਰ ਨਹੀਂ ਕਰਦਾ। ਕਾਲ ਦੀ ਜਕੜ ਤੋਂ, ਕਾਲ ਦੀ ਪਹੁੰਚ ਤੋਂ ਗੁਰਮੁਖ ਜਨ ਹਮੇਸ਼ਾ ਵਾਸਤੇ ਉੱਪਰ ਉੱਠ ਜਾਂਦਾ ਹੈ। ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਮਹਾਨ ਯੋਧੇ, ਸੂਰਬੀਰ, ਜਪੀ ਤਪੀ, ਬਜ਼ੁਰਗ ਅਵਸਥਾ ਦੇ ਵਿੱਚ ਵੱਡੀ ਕਾਲ ਘਾਲਣ ਵਾਲੇ ਆਪਣੇ ਮਹਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਪਾਵਨ ਅਸਥਾਨ ਤੋਂ ਆਪਣਾ ਆਪਾ ਨਿਸ਼ਾਵਰ ਕਰਨ ਵਾਲੇ ਸੂਰਬੀਰ ਯੋਧੇ ਕਲਗੀਧਰ ਪਾਤਸ਼ਾਹ ਜੀ ਦੇ ਲਾਡਲੇ ਗੁਰਸਿੱਖ ਅਮਰ ਸ਼ਹੀਦ ਧੰਨ 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 ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਸੀਸ ਦੇ ਧੜ ਤੋਂ ਵੱਖ ਹੋ ਜਾਣ ਤੋਂ ਬਾਅਦ ਵੀ ਮੌਤ ਕਾਲ ਨੂੰ ਹਰਾ ਕਰਕੇ ਵਿਖਾਇਆ ਕਿ ਜਦੋਂ ਗੁਰੂ ਦਾ ਸਿੱਖ ਆਪਣਾ ਇਰਾਦਾ ਕਰ ਲਵੇ, ਪਰਮ ਕਰ ਲਵੇ, ਮੌਤ ਵੀ ਉਸ ਦੇ ਨੇੜੇ ਨਹੀਂ ਆ ਸਕਦੀ। ਹੋਣੇ ਨੂੰ ਵੀ ਅਣਹੋਣੀ ਵਿੱਚ ਬਦਲਿਆ ਜਾ ਸਕਦਾ ਹੈ। ਆਪਣਾ ਪਰਮ ਕੀਤਾ ਹੋਇਆ ਵਾਅਦਾ ਪਗਾਉਣ ਤੋਂ ਕਾਲ ਵੀ ਉਸ ਨੂੰ ਰੋਕ ਨਹੀਂ ਸਕਦਾ।
5 ਮੀਲ ਤੱਕ ਆਪਣੇ ਸੀਸ ਨੂੰ ਤਲੀ ਤੇ ਟਿਕਾ ਕਰਕੇ ਖੰਡਾ ਵਾਹੁੰਦੇ ਹੋਏ ਵੈਰੀਆਂ ਨੂੰ ਭੱਜਣਾ ਪਾਉਂਦਿਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਅੰਦਰ ਪਹੁੰਚ ਕੇ ਪਰਿਕਰਮਾ ਵਿੱਚ ਆਪਣਾ ਸੀਸ ਭੇਟਾ ਕਰਨਾ। ਇਹ ਉਹਨਾਂ ਸੂਰਬੀਰਾਂ ਦੀ ਗਾਥਾ ਹੈ ਜਿਨ੍ਹਾਂ ਨੇ ਕਾਲ ਤੇ ਫਤਿਹ ਪਾਈ, ਕਾਲ ਦੇ ਦੇਸ਼ ਤੋਂ ਉੱਪਰ ਉੱਠ ਗਏ। ਇਹੋ ਜਿਹੀਆਂ ਬੇਅੰਤ ਉਦਾਹਰਨਾਂ ਹਨ ਸਤਿਗੁਰੂ ਦੇ ਘਰ ਵਿੱਚ। ਜਦੋਂ ਸਾਹਮਣੇ ਮੌਤ ਹੈ ਪਰ ਗੁਰੂ ਕੇ ਸਿੱਖਾਂ ਨੇ ਮੌਤ ਨੂੰ ਮਖੌਲ ਕਰਦਿਆਂ ਹੋਏ, ਟਿੱਚ ਜਾਣਦਿਆਂ ਹੋਇਆਂ ਗੁਰੂ ਦੱਸੀ ਹੋਈ ਜੋ ਪਾਰ ਉਪਕਾਰ ਦੀ ਬਿਰਤੀ ਹੈ ਉਸ ਦੇ ਮਾਰਗ ਤੇ ਚੱਲਦਿਆਂ ਹੋਇਆਂ ਬਹੁਤ ਵੱਡੀਆਂ ਮਹਾਨ ਕੁਰਬਾਨੀਆਂ ਕਰਦਿਆਂ ਹੋਇਆਂ ਸ਼ਹਾਦਤਾਂ ਦਿੱਤੀਆਂ। ਪਰ ਮੌਤ ਦਾ ਕਾਲ ਦਾ ਭੈ ਉਹਨਾਂ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਿਆ। ਮੌਤ ਕਿਸੇ ਦੇ ਸਾਹਮਣੇ ਆਵੇ ਤੇ ਵੱਡੀ ਤੋਂ ਵੱਡੀ ਸ਼ਖਸੀਅਤ, ਤਾਕਤ ਹੋਣ ਵਾਲਾ ਮਨੁੱਖ ਵੀ ਕੰਬ ਜਾਂਦਾ ਹੈ, ਜਮਾਂ ਦੀ ਮਾਰ ਤੋਂ ਭੈ ਭੀਤ ਹੋ ਜਾਂਦਾ ਹੈ। ਪਰ ਇੱਕ ਉਹ ਅਵਸਥਾ ਹੈ, ਇੱਕ ਉਹ ਪੜਾਅ ਹੈ, ਇੱਕ ਉਹ ਦੇਸ਼ ਹੈ ਜਿੱਥੇ ਪਹੁੰਚ ਕਰਕੇ ਕਾਲ ਦਾ ਪ੍ਰਭਾਵ, ਕਾਲ ਦੀ ਪਕੜ, ਕਾਲ ਦੀ ਪਹੁੰਚ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਪਕੜ ਨਹੀਂ ਰੱਖ ਸਕਦੀ। ਮਨੁੱਖ ਨਿਜਾਤ ਪਾ ਕੇ ਸਦਾ ਵਾਸਤੇ ਸੁਤੰਤਰ ਹੋ ਕੇ ਵਿਚਰਦਾ ਹੈ। ਉਸ ਗੁਰਮੁਖ ਬਾਰੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਬਚਨ ਨੇ, ਗੁਰਮੁਖ ਆਵੈ ਜਾਏ ਨਿਸੰਗ। ਨਿਸੰਗ ਹੁੰਦਾ ਹੈ ਬੇਝਿਜਕ ਹੋ ਕੇ ਆਪਣੀ ਛਲ ਸਾਰ, ਜਦੋਂ ਜੀ ਚਾਹੇ ਸਰੀਰ ਧਾਰਨ ਕਰ ਲਵੇ, ਜਦੋਂ ਜੀ ਚਾਹੇ ਸਰੀਰ ਦਾ ਤਿਆਗ ਕਰ ਲਵੇ। ਗੁਰਮੁਖ ਜਨ ਅਕਾਲ ਪੁਰਖ ਦਾ ਸਦਾ ਆਉਣ ਤੇ ਸਰੀਰ ਛੱਡ ਕਰਕੇ ਤੁਰ ਜਾਂਦੇ ਹਨ। ਉਹਨਾਂ ਦੇ ਪਾਸ ਕਾਲ ਨਹੀਂ ਆਉਂਦਾ, ਜਮਦੂਤ ਲੈਣ ਵਾਸਤੇ ਨਹੀਂ ਆਉਂਦੇ, ਪਰਮੇਸ਼ਰ ਦੇ ਇਕੱਲੇ ਆਉਂਦੇ ਤੇ ਸਦਾ ਆਉਣ ਤੇ ਫਿਰ ਗੁਰਮੁਖ ਜਨ ਪਰਮੇਸ਼ਰ ਵਿੱਚ ਜਾ ਕਰਕੇ ਅਭੇਦ ਹੋ ਜਾਂਦੇ ਹਨ। ਅੱਜ ਦੀ ਜੋ ਪਾਵਨ ਪਹਿਲੀ ਪੰਕਤੀ, ਪਹਿਲਾ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੇ ਅੰਦਰ ਸਾਹਿਬ ਗੁਰੂ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਮਨੁੱਖੀ ਜੀਵਨ ਦੀ ਜੋ ਸਭ ਤੋਂ ਵੱਡੀ ਲੋੜ ਹੈ, ਪ੍ਰਾਪਤੀ ਦੀ ਇੱਛਾ ਹੋਣੀ ਚਾਹੀਦੀ ਹੈ, ਉਹ ਤਾਂ ਬਿਆਨ ਕਰਦਿਆਂ ਹੋਇਆਂ ਅਰਦਾਸ ਬੇਨਤੀ ਕਰਨ ਦਾ ਵੱਲ, ਢੰਗ, ਤਰੀਕਾ ਤੇ ਜੁਗਤ ਸਮਝਾਈ ਹੈ। ਨਾਲ ਦੱਸਿਆ ਹੈ ਕਿ ਅਰਦਾਸ ਕਿਸ ਅੱਗੇ ਕਰਨੀ ਹੈ, ਕਿਉਂਕਿ ਅਰਦਾਸ ਬੰਦਾ ਹੋਰ ਅੱਗੇ ਵੀ ਕਰ ਦਿੰਦਾ। ਗੁਰੂ ਪਾਤਸ਼ਾਹ ਤੋਂ ਇਲਾਵਾ ਬੰਦਾ ਹੋਰ ਅੱਗੇ ਵੀ ਅਰਦਾਸ ਕਰਦਾ। ਉਹ ਅਰਦਾਸ ਕਿਹਦੇ ਅੱਗੇ ਕਰਦਾ ਹੈ ਉਹ ਆਪਾਂ ਬਾਅਦ ਵਿੱਚ ਵਿਚਾਰਦੇ ਹਾਂ। ਸਾਹਿਬ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਫਰਮਾਉਂਦੇ ਨੇ, ਅੱਜ ਦੇ ਮੁੱਖ ਵਾਕ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਉਸ ਪਾਕ ਦਾ ਜ਼ਿਕਰ ਕਰਦਿਆਂ ਹੋਇਆ ਜੋ ਅੰਮ੍ਰਿਤ ਵੇਲੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਸਾਨੂੰ ਉਸ ਪਾਵਨ ਉਪਦੇਸ਼ ਦੇ ਦੁਆਰਾ ਸਮਝਾਇਆ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਿਤੋ ਅਨੰਦਿਨ ਨੀਤ। ਜਦੋਂ ਦਰਸ਼ਨਾਂ ਦੀ ਪਿਆਸ ਤਾਂਘ ਪੈਦਾ ਹੋ ਜਾਵੇ ਉਦੋਂ ਤੇ ਚਿਤਵਨੀ ਪੈਦਾ ਹੁੰਦੀ ਹੈ। ਬੱਚਾ ਵਿਦੇਸ਼ ਵਿੱਚ ਗਿਆ ਹੈ, ਉਹਦੇ ਮਿਲਾਪ ਵਾਸਤੇ ਮਾਂ ਮਨ ਵਿੱਚ ਹੀ ਸੋਚਦੀ, ਵਿਚਾਰ ਕਰਦੀ ਹੈ ਕਿ ਕਦੋਂ ਬੱਚਾ ਆਵੇ, ਮਿਲਾਪ ਹੋਵੇ। ਇਸੇ ਤਰ੍ਹਾਂ ਹੀ ਗੁਰਸਿੱਖ ਦੀ ਬਿਰਤੀ ਵੀ ਨਿਰੰਕਾਰ ਪਰਮਾਤਮਾ ਦੇ ਮਿਲਾਪ ਵਾਸਤੇ ਸੋਚਦੀ ਹੈ, ਚਾਹੁੰਦੀ ਹੈ। ਹਾਰ ਮਿਲਣਾ ਨੋ ਮਨ ਰੋਚਦਾ, ਕਰਮ ਮਿਲਾਵਨ ਹਾਰ। ਆਪਣੇ ਕੀਤੇ ਸ਼ੁਭ ਕਰਮ ਤੇ ਗੁਰੂ ਦਾ ਕਰਮ ਬਖਸ਼ਿਸ਼ ਹੀ ਮਿਲਾਉਣ ਵਾਲੇ ਹਨ, ਮਿਲਾਉਣ ਦਾ ਮਾਧਿਅਮ ਤੇ ਸਾਧਨ ਹਨ। ਅਖੀਰ ਸਾਹਿਬਾਂ ਨੇ, ਗੁਰੂ ਨੇ ਕਿਰਪਾ ਕੀਤੀ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਜਿਹੜਾ ਕਪਾਟ, ਕਪਟ, ਤਖਤਾ, ਆਸਾ ਤੇ ਅੰਦੇਸਾ ਦੋਏ ਪੱਟ ਜੜੇ। ਇਹ ਜਿਹੜੇ ਦੋ ਤਖਤੇ ਲੰਮੇ ਸਮੇਂ ਤੋਂ ਬੰਦ ਸਨ, ਗੁਰੂ ਪਾਤਸ਼ਾਹ ਨੇ ਖੋਲ ਦਿੱਤੇ। ਹਉਮੈ ਦਾ ਪਰਦਾ ਪਾਸੇ ਕਰ ਦਿੱਤਾ। ਖੋਲ ਕਪਟ ਗੁਰ ਮੇਲਿਆ, ਮਿਲਾਪ ਕਿਸ ਨਾਲ ਕਰਵਾ ਦਿੱਤਾ। ਨਾਨਕ ਹਰ ਸੰਗ ਮੀਤ। ਜਿਹੜਾ ਹਰੀ ਮਿੱਤਰ ਹੈ, ਉਹੀ ਸੱਚਾ ਦੋਸਤ ਤੇ ਸੱਚਾ ਸਾਜਨ ਹੈ, ਉਸ ਨਾਲ ਮਿਲਾਪ ਕਰਵਾ ਦਿੱਤਾ। ਸੋ ਜਿਵੇਂ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅਰਦਾਸ ਕਰਨ ਵਾਸਤੇ ਪ੍ਰੇਰਨਾ ਦਿੰਦਿਆਂ ਕਾਲ ਦੀ ਪਹੁੰਚ ਤੋਂ ਗੁਰੂ ਦਾ ਸਿੱਖ ਗੁਰਮੁਖ ਕਿਹੜੇ ਪਾਸੇ ਚਲਿਆ ਜਾਂਦਾ, ਉੱਪਰ ਉੱਠ ਜਾਂਦਾ ਹੈ, ਉਹਦਾ ਜ਼ਿਕਰ ਸਾਹਿਬ ਜੀ ਫਰਮਾ ਰਹੇ ਨੇ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਦਿਆਂ ਹੋਇਆਂ
ਸਹਿਬਾਂ ਜੀ ਦੀ ਪਾਵਨ ਬਾਣੀ, ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਸਾਰੇ ਜਪੀਏ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਸ੍ਰੀ ਰਾਗ ਦੀਆਂ ਅਸ਼ਟਪਦੀਆਂ ਦਾ ਇਹ ਪਾਵਨ ਪਵਿੱਤਰ ਮੁਬਾਰਕ ਚੌਥਾ ਸ਼ਬਦ ਉਚਾਰਨ ਕੀਤਾ ਹੈ। 1430 ਅੰਗ ਵਾਲੇ ਪਾਵਨ ਮੌਜੂਦਾ ਸਰੂਪਾਂ ਤੇ 55 ਅੰਗ ਦੇ ਉੱਪਰ ਇਹ ਪਾਵਨ ਉਪਦੇਸ਼ ਸੁਭਾਏਮਾਨ ਹੈ। ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਨੇ, ਸਤਿਗੁਰ ਅੱਗੇ ਅਰਦਾਸ ਕਰ। ਅਰਦਾਸ ਸ਼ਬਦ ਦਾ ਆਪੋ ਭਾਵ ਪਤਾ ਹੈ। ਅਰਦਾਸ ਦਾ ਅਰਥ ਹੁੰਦਾ ਬੇਨਤੀ, ਜੋਦੜੀ, ਦੁਆ। ਕਿਸ ਦੇ ਅੱਗੇ ਕਰਨੀ ਹੈ? ਸਹਿਬ ਨੇ ਫਰਮਾਇਆ ਸਤਿਗੁਰ ਅੱਗੇ। ਆਪਣੇ ਸੱਚੇ ਸਤਿਗੁਰੂ ਦੇ ਅੱਗੇ ਅਰਦਾਸ ਬੇਨਤੀ ਭਾਈ ਕਰਨਾ ਹੈ। ਹੁਣ ਸਤਿਗੁਰੂ ਕੌਣ ਹੈ? ਸਤਿਗੁਰੂ ਦੀ ਪਰਿਭਾਸ਼ਾ ਆਪ ਜੀ ਨੇ ਬੜੀ ਵਾਰੀ ਬਾਣੀ ਦੇ ਦੁਆਰਾ ਸਰਵਰ ਕੀਤੀ ਹੈ। ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਜਿਹਨੂੰ ਮਿਲ ਕੇ ਮਨ ਚ ਆਨੰਦ ਦੇ ਖੇੜਾ ਪ੍ਰਾਪਤ ਹੋ ਜਾਵੇ ਉਸਨੂੰ ਸਤਿਗੁਰ ਆਖਿਆ ਜਾਂਦਾ ਹੈ। ਮਨ ਕੀ ਦੁਬਿਧਾ ਬਿਰਸ ਜਾਏ, ਹਰ ਪਰਮ ਪਦ ਲਈਏ। ਸੱਚੇ ਗੁਰੂ ਨੂੰ ਮਿਲ ਕੇ ਮਨ ਚ ਦੁਬਿਧਾ ਤੋਂ ਚਿੱਤਾਪਨ ਨਹੀਂ ਰਹਿੰਦਾ, ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਖਮਨੀ ਸਾਹਿਬ ਜਿਹੜੇ ਗੁਰਮੁਖ ਜਨ ਪੜ੍ਹਦੇ ਹਨ, ਉਸ ਦੇ ਅੰਦਰ ਵੀ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰਿ ਗੁਰੂ ਕਾ। ਸਤਿਗੁਰੂ ਦੀ ਪਰਿਭਾਸ਼ਾ ਦੱਸ ਦਿੱਤੀ ਹੈ। ਬਹੁਤ ਸਾਰੇ ਕੱਚੇ ਪਿੱਲੇ ਤੇ ਅਧੂਰੇ ਵਿਅਕਤੀ ਵੀ ਸੰਸਾਰ ਵਿੱਚ ਉਦੋਂ ਵੀ ਸਨ ਤੇ ਅੱਜ ਵੀ ਹਨ, ਜਿਹੜੇ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਕਰਦੇ ਹਨ ਤੇ ਅਜਿਹਾ ਕੱਚਿਆਂ ਪਿੱਲਿਆਂ ਦਾ ਆਸਰਾ ਛੱਡ ਕਰਕੇ ਸੱਚੇ ਸਤਿਗੁਰੂ ਦੀ ਸ਼ਰਨ ਲੈਣ ਦੀ ਬਾਣੀ ਵਿੱਚ ਵਾਰ-ਵਾਰ ਤਕੀਦ ਹੁਕਮ ਆਗਿਆ ਕੀਤੀ ਹੈ। ਸਤਿਗੁਰ ਅੱਗੇ ਅਰਦਾਸ ਕਰ, ਗੁਰੂ ਅੱਗੇ ਭਾਈ ਅਰਦਾਸ ਕਰ। ਤੇ ਅਰਦਾਸ ਦੇ ਵਿੱਚ ਮੰਗ ਕਿਹੜੀ ਹੋਵੇ? ਸਾਜਨ ਦੇ ਮਿਲਾਏ। ਜਦੋਂ ਗੁਰੂ ਅੱਗੇ ਅਰਦਾਸ ਕਰਨਗੇ ਭਾਵਨਾ ਰੱਖੇ ਕਿ ਮੈਨੂੰ ਸੱਚਾ ਸੱਜਣ ਜਿਹੜਾ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਾਪ ਕਰਵਾ ਦੇਵੇ। ਤੇ ਅਰਦਾਸ ਜਦ ਸੱਚੀ ਹੋਏ ਤੇ ਗੁਰੂ ਪਾਤਸ਼ਾਹ ਜ਼ਰੂਰ ਬੌੜੀ ਕਰਦੇ, ਅਰਦਾਸ ਸੁਣਦੇ ਹਨ ਕਿ ਉਹ ਸੱਚੇ ਸੱਜਣ ਦੇ ਨਾਲ ਅਵਸ਼ ਮਿਲਾਪ ਕਰਵਾ ਦਿੰਦੇ ਹਨ। ਇਹ ਕੇਵਲ ਕਹਿਣ ਮਾਤਰ ਜਾਂ ਲਿਖਣ ਮਾਤਰ ਇੱਥੇ ਬਚਨ ਨਹੀਂ ਲਿਖਿਆ ਕਿ ਸਾਹਿਬਾਂ ਨੇ ਕੇਵਲ ਮਨ 'ਚ ਵਿਚਾਰ ਆਇਆ ਜਾਂ ਮਨ ਦੀ ਉਡਾਰੀ ਦੂਰ ਤੱਕ ਚਲੇ ਗਈ ਤੇ ਕਾਵ ਰਚਨਾ ਪੈਦਾ ਹੋ ਗਈ, ਕਿਉਂਕਿ ਕਵੀਆਂ ਦੇ ਬਚਨ ਐਸੇ ਹੁੰਦੇ ਹਨ। ਪਰ ਇਹ ਧੁਰ ਕੀ ਬਾਣੀ ਹੈ ਜੋ ਗੁਰੂ ਸਾਹਿਬ ਨੇ ਕਿਹਾ, ਉਹ ਤ੍ਰੈ ਕਾਲ ਆਬਾਦ ਸਦੀਵੀ ਸੱਚ ਹੈ। ਉਸ ਵਿੱਚ ਕਦੀ ਸਮੇਂ ਦੇ ਗੇੜ ਨਾਲ ਵਾਧ ਘਾੜ ਤਬਦੀਲੀ ਨਹੀਂ ਹੋਇਆ ਕਰਦੀ। ਭਾਵੇਂ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਦਾ ਇੱਕ ਬਚਨ ਹੈ, ਗੁਰ ਆਗੈ ਕਰ ਜੋਦੜੀ, ਜਨ ਨਾਨਕ ਹਰਿ ਮਿਲਾਏ। ਇਹ ਭਾਈ ਜਦੋਂ ਆਪਣੇ ਸੱਚੇ ਸਤਿਗੁਰੂ ਦੇ ਅੱਗੇ ਜੋਦੜੀ ਦਾ ਅਰਥ ਵੀ ਅਰਦਾਸ ਹੈ। ਅਰਦਾਸ ਕਰੋ
ਮੈਨੂੰ ਜਨ ਸੇਵਕ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਾਪ ਕਰਵਾ, ਉਹਦੇ ਨਾਲ ਮਿਲਾਪ ਕਰਵਾ ਦੇਣਾ। ਤੇ ਸਾਹਿਬਾਂ ਦੱਸਿਆ ਕਿ ਭਾਈ ਤੁਹਾਨੂੰ ਜੋ ਵੀ ਕੋਈ ਤਕਲੀਫ ਹੈ, ਦੁੱਖ ਹੈ, ਪੀੜਾ ਹੈ, ਤੇ ਆਪਣੇ ਗੁਰੂ ਅੱਗੇ ਅਰਦਾਸ ਕਰਿਆ ਕਰੋ। ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਤੁਹਾਡੇ ਜੀ ਅੰਦਰ ਕੋਈ ਕਿਸੇ ਤਰ੍ਹਾਂ ਦੀ ਬਿਰਥਾ, ਕੋਈ ਪੀੜਾ ਹੈ, ਕੋਈ ਦੁੱਖ ਤਕਲੀਫ ਹੈ, ਤੇ ਗੁਰੂ ਅੱਗੇ ਅਰਦਾਸ ਕਰਨੀ ਨਾ, ਸਤਿਗੁਰੂ ਨੂੰ ਹੀ ਦੱਸਣਾ ਕਿ ਮੈਨੂੰ ਆਹ ਤਕਲੀਫ ਹੈ, ਮਾਲਕ ਜੀ ਕਿਰਪਾ ਕਰੋ। ਦੂਜੀ ਅਰਦਾਸ ਕਿਹੜੀ ਹੈ? ਉਸ ਅਰਦਾਸ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਕੀਤਾ ਹੈ। ਅਮਰ ਸਿਰਾਨੋ ਲੇਖਾ ਦੇਣਾ ਆਏ ਕਟਨ, ਜਿਹੜੇ ਬੜੇ ਕਟਨ ਭਿਆਨਕ ਨੇ, ਉਹ ਲੈਣ ਵਾਸਤੇ ਆ ਕੇ ਜਮਦੂਤ, ਕਿ ਉਹਦਾ ਆ ਕਰਕੇ ਕੀ ਆਖਿਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਨਾਲ ਬਚਨ ਕੀਤੇ ਗਿਆ ਤੇ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਰੱਬ ਦੀ ਦਰਗਾਹ ਦਾ ਫਰਮਾਨ ਆ ਗਿਆ। ਤੇ ਬੰਦੇ ਨੇ ਨੂੰ ਪਤਾ ਕੀ ਆਖਿਆ? ਬਾਬਾ ਕਬੀਰ ਸਾਹਿਬ ਕਹਿੰਦੇ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇਰ ਅੱਜ ਕੀ ਰਾਤੀ। ਜਮਾ ਕੇ ਅਰਦਾਸ ਕਰਦਾ। ਜਮਾ ਨੇ ਕਦੀ ਕਿਸੇ ਦੀ ਅਰਦਾਸ ਨਹੀਂ ਸੁਣੀ। ਹਾਂ, ਡੰਡਾ ਜ਼ਰੂਰ ਭਰਾਉਂਦੇ ਹਨ, ਉਹ ਵੀ ਸਿਰ ਵਿੱਚ ਵਾਰ ਕੁਟਾਈ ਤਾਂ ਜ਼ਰੂਰ ਕਰਦੇ, ਪਰ ਜਮ ਕਦੀ ਕਿਸੇ ਦੀ ਬੇਨਤੀ ਨਹੀਂ ਸੁਣਦਾ। ਪਰ ਬਾਣੀ ਦੁਆਰਾ ਸਾਹਿਬ ਕਹਿੰਦੇ ਭਗਤਾਂ ਦੀ ਰਸਾਂ ਤੋਂ ਕਿ ਬੰਦਾ ਜਮਾ ਕੇ ਵੀ ਅਰਦਾਸ ਕਰਦਾ ਹੈ। ਕਰੋ ਅਰਦਾਸ ਗਾਵ ਕਿਛ ਬਾਕੀ, ਕਿ ਮੇਰੇ ਜੇ ਨਗਰ ਕੁਛ ਰਹਿੰਦੇ ਨੇ, ਬੁਰਾਈ ਕਰਨ ਵਾਲੇ, ਲੈਣ ਦੇਣ ਵਾਲਾ, ਤੇ ਮੈਨੂੰ ਥੋੜਾ ਸਮਾਂ ਦੇ ਦਿਓ। ਲਿਓ ਨਵੇਰ ਅੱਜ ਕੀ ਰਾਤੀ, ਬਸ ਅੱਜ ਦੀ ਰਾਤ ਮੇਰੀ ਬੇਨਤੀ ਹੈ ਕਿ ਮੈਨੂੰ ਰਹਿ ਲੈਣ ਦਿਓ ਇਸ ਦੁਨੀਆ ਤੇ ਫਿਰ ਜਿਵੇਂ ਇਸ ਸੰਸਾਰ 'ਚ ਵੱਡੀ ਚੱਲਦੀ ਨਾ, ਬੰਦਾ ਜਮਾ ਕੇ ਅਰਦਾਸ ਕਰਕੇ ਉਹਨਾਂ ਨੂੰ ਵੱਡੀ ਦੇਣ ਦਾ ਯਤਨ ਕਰਦਾ। ਕੀ ਕਹਿੰਦਾ? ਕਹਿੰਦਾ ਕਿਛ ਵੀ ਖਰਚ ਤੁਮਾਰਾ ਸਾਰੋ, ਸੁਬੇ ਨਿਵਾਜ ਸਰਾਏ ਬਜ਼ਾਰੋ। ਤੁਹਾਨੂੰ ਵੀ ਥੋੜਾ ਬਹੁਤਾ ਹਿੱਸਾ ਵਿੱਚੋਂ ਦੇ ਦੇਵਾਂਗਾ, ਤੇ ਸੁਬਾਹ ਸਵੇਰ ਹੁੰਦਿਆਂ ਸਾਰ ਮੈਂ ਕਿਸੇ ਨਾ ਕਿਸੇ ਸਰਾਂ 'ਚ ਨਮਾਜ਼ ਪੜ੍ਹ ਲਵਾਂਗਾ, ਬਸ ਮੇਰਾ ਛੁਟਕਾਰਾ ਹੋ ਜਾਵੇ। ਤੇ ਕੀ ਕਦੀ ਜਮਾ ਨੇ ਕਿਸੇ ਦੀ ਅਰਦਾਸ ਸੁਣੀ? ਨਹੀਂ। ਅਰਦਾਸ ਕਰਨੀ ਸੀ ਸਤਿਗੁਰੂ ਅੱਗੇ, ਗੁਰੂ ਹੀ ਅਰਦਾਸ ਸੁਣਦਾ ਹੈ। ਜਮ ਕਦੀ ਕਿਸੇ ਦੀ ਅਰਦਾਸ ਨਹੀਂ ਸੁਣਦੇ। ਤੇ ਸਾਹਿਬ ਕਹਿੰਦੇ ਆਪਣੇ ਸਤਿਗੁਰੂ ਦੇ ਅੱਗੇ ਭਾਈ ਅਰਦਾਸ ਕਰ, ਤੇ ਅਰਦਾਸ ਕਰਕੇ ਮੰਗ ਇਹੋ ਮੰਗੋ ਕਿ ਮੈਨੂੰ ਸਾਜਨ ਹਰੀ ਪਰਮਾਤਮਾ ਮਿਲਾਪ ਕਰਵਾ ਦਿਓ। ਕਿਉਂਕਿ ਮਨ ਵਿੱਚ ਬੜੀ ਤਾਂਘ ਹੈ ਉਸ ਸਾਜਨ ਸੱਚੇ ਦੇ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੀ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਨ ਮਿਲਾਵੇ ਮੇਰਾ ਪ੍ਰਾਣ ਜਵਾਇਆ। ਵਾਰ ਵਾਰ ਅਜਿਹੇ ਬਚਨ ਜਗਿਆਸੂ ਦੇ ਹਿਰਦੇ ਦੀ ਤਾਂਘ ਤੇ ਤੜਫ ਨੂੰ ਉਜਾਗਰ ਕਰਦੇ ਹਨ ਕਿ ਅੰਦਰ ਵਿੱਚ ਹਿਰਦੇ ਵਿੱਚ ਕਿੰਨੀ ਸਦਰ ਹੈ, ਕਿੰਨੀ ਇੱਛਾ ਹੈ ਮਾਲਕ ਦੇ ਨਾਲ ਮਿਲਾਪ ਕਰਨ ਦੀ। ਸਾਜਨ ਦਾ ਅਰਥ ਹੁੰਦਾ ਹੈ ਸੱਜਣ, ਮਿੱਤਰ, ਦੋਸਤ, ਯਾਰ। ਸੱਚਾ ਸੱਜਣ ਉਹੀ ਹੈ ਜਿਸ ਨੂੰ ਬਾਣੀ 'ਚ ਕਹਿੰਦੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਹੱਲੇ ਯਾਰਾ ਖੁਸ਼ ਖਬਰੀ। ਸੱਚਾ ਯਾਰ ਉਹੀ ਹੈ ਜਿਹਨੂੰ ਕਿਹਾ ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂੜ। ਇਹ ਸੱਚੇ ਸੱਜਣ ਮੈਂ ਤੇਰੇ ਚਰਨਾਂ ਦੀ ਹਮੇਸ਼ਾ ਧੂੜ ਬਣ ਕਰਕੇ ਰਹਾਂ, ਨਿਮਰਤਾ ਵਿੱਚ ਰਹਿਣਾ ਕਰਾਂ। ਸਾਜਨ ਦੇ ਬੁਲਾਏ ਉਹ ਗੁਰੂ ਪਾਤਸ਼ਾਹ ਹੀ ਕਿਰਪਾ ਕਰਕੇ ਤੈਨੂੰ ਸੱਚੇ ਸੱਜਣ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰਵਾ ਦੇਵੇਗਾ। ਸਾਜਨ ਮਿਲਿਆ ਸੁਖ ਪਾਇਆ, ਜਨ ਦੂਤ ਮੋਏ ਬਿਗ ਖਾਏ। ਇਹ ਸਾਜਨ ਨੂੰ ਮਿਲਾਪ ਕਰਕੇ ਕੀ ਪ੍ਰਾਪਤੀ ਹੁੰਦੀ? ਸਾਹਿਬਾਂ ਨਾਲ ਹੀ ਫਲਾਦੇਸ਼ ਦਾ ਵਰਣਨ ਵੀ ਕਰ ਦਿੱਤਾ ਹੈ। ਕੇਵਲ ਦਵਾਈ ਔਸ਼ਧੀ ਨਹੀਂ ਦੱਸੀ ਕਿ ਆਹ ਦਵਾਈ ਇਸ ਕੰਪਨੀ ਦੀ ਬਣੀ ਹੈ, ਤੁਸੀਂ ਖਾ ਲਓ ਭਾਵੇਂ ਵਾਰੀ ਜਾਓ। ਪਰ ਸਾਹਿਬ ਕਹਿੰਦੇ ਨਹੀਂ, ਇਹ ਨਾਮ ਦੀ ਦਵਾਈ ਇਹੋ ਜਿਹੀ ਹੈ ਜਦੋਂ ਕੋਈ ਖਾ ਲਵੇਗਾ, ਛਕ ਲਵੇਗਾ, ਦੀ ਤਸੀਰ ਬੜੀ ਮਹਾਨ ਹੈ, ਅਸਰ ਬੜਾ ਕਰਦੀ ਹੈ, ਉਹ ਸੁਖ ਦਿੰਦੀ ਹੈ। ਸਾਜਨ ਮਿਲੇ ਸੁਖ ਪਾਇਆ। ਜਿਨ੍ਹਾਂ ਨੇ ਗੁਰੂ ਨਾਮ ਦੀ ਦਵਾਈ ਲੈ ਕੇ ਨਾਮ ਜਪਿਆ, ਫਿਰ ਉਹਨਾਂ ਨੂੰ ਸਾਜਨ ਸੱਚਾ ਪਰਮਾਤਮਾ ਪ੍ਰਾਪਤ ਹੋਇਆ। ਤੇ ਪਰਮਾਤਮਾ ਦੀ ਪ੍ਰਾਪਤੀ ਮਿਲਾਪ ਦੀ ਬਦੌਲਤ ਸੁਖ ਪਾਇਆ। ਸੱਸੇ ਤੇ ਖੱਬੇ ਦੋਵਾਂ ਹੀ ਅੱਖਰਾਂ ਨੂੰ ਔਂਕੜ ਲਿਖਿਆ ਹੈ।
ਇਹ ਭਾਵ ਹੈ ਐਸ ਲੋਕ ਤੇ ਪਰਲੋਕ ਦਾ ਸੁਖ, ਜਿਹਨੂੰ ਬਾਣੀ ਕਹਿੰਦੀ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜਿਸ ਨੂੰ ਬਾਣੀ ਨੇ ਆਖਿਆ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਇਹ ਉਸ ਸੁਖ ਦਾ ਜ਼ਿਕਰ ਹੈ। ਕੇਵਲ ਤੇ ਕੇਵਲ ਇਹ ਨਹੀਂ ਕਿ ਗਰਮੀ ਦਾ ਮੌਸਮ ਹੈ, ਪੱਖੇ ਕੂਲਰ ਏਸੀ ਥੱਲੇ ਬਹਿ ਕੇ ਤੇ ਹਵਾ ਦਾ ਸੁੱਖ ਲੈ ਲਿਆ, ਚੰਗਾ ਭੋਜਨ ਪ੍ਰਸ਼ਾਦਾ ਛਕ ਲਿਆ ਤੇ ਜੀ ਸੁੱਖ ਆ ਗਿਆ। ਨਹੀਂ, ਉਹ ਸੁੱਖ ਜਿਹੜਾ ਸਦੀਵੀ ਸੁੱਖ ਹੈ। ਸਾਜਨ ਮਿਲਿਆ ਸੁੱਖ ਪਾਇਆ, ਜਦੋਂ ਸੱਚੇ ਸੱਜਣ ਨੂੰ ਮਿਲ ਗਏ ਨਾ ਫਿਰ ਸਹਿ ਕਹਿੰਦੇ ਸੁੱਖ ਪਾ ਲਿਆ। ਅਸੋ ਸੁਖੀ ਵਸੰਦੀਆ, ਜਿਨ੍ਹਾਂ ਮਾਇਆ ਹਰ ਰਾਏ ਮਾਲਕ ਦੀ ਕਿਰਪਾ ਹੋ ਗਈ ਤੇ ਮਲਾਪ ਜਿਨ੍ਹਾਂ ਨੂੰ ਹੋ ਗਿਆ। ਸਾਹਿਬ ਕਹਿੰਦੇ ਉਹ ਗੁਰਮੁਖ ਜੀ ਇਸਤਰੀਆਂ ਸੁੱਖ ਵਿੱਚ ਵਸਦੀਆਂ ਹਨ। ਉਹਨਾਂ ਨੇ ਸੁੱਖ ਪਾ ਲਿਆ ਤੇ ਦੁੱਖ ਦੇਣ ਦਾ ਕਾਰਨ ਸੀ ਜਮਦੂਤ, ਕਿਉਂਕਿ ਜਮਦੂਤ ਬੜਾ ਬੇਲਿਹਾਜ਼ਾ ਬਾਣੀ 'ਚ ਲਿਖਿਆ ਹੈ, ਬੜਾ ਕਰੜਾ ਲਿਖਿਆ ਹੈ। ਆਏ ਕਠਨ ਦੂਤ ਜਮ ਲੈਣਾ, ਜਮ ਜਿਹੜੇ ਨੇ ਬੜੇ ਕਠਨ ਹਨ। ਤੇ ਬਾਣੀ 'ਚ ਲਿਖਿਆ ਤੁਮ ਨਹੀਂ ਸੁਣਿਓ ਧਰਮ ਰਾਏ, ਇੱਕ ਥਾਂ ਤੇ ਲਿਖਿਆ ਕਰੜੋ ਧਰਮ ਰਾਏ। ਕਰੜੋ ਦਾ ਅਰਥ ਹੈ ਬੜਾ ਕਰੜਾ ਬੇਲਿਹਾਜ਼ਾ, ਜਿਹੜਾ ਸਜ਼ਾ ਦਿੰਦਾ ਹੈ, ਦੁੱਖ ਦਿੰਦਾ ਹੈ। ਉਹ ਜਮਦੂਤ ਧਰਮ ਰਾਜਾ ਦੇ ਜਿਹੜੇ ਦੂਤ ਨੇ ਮੋਏ ਬਿਖ ਖਾਏ, ਮੋਏ ਮਰ ਗਏ, ਬਿਖ ਖਾਏ ਜ਼ਹਿਰ ਖਾ ਕੇ। ਹੁਣ ਜ਼ਹਿਰ ਖਾ ਕੇ ਕੋਈ ਕਦੀ ਅਮਰ ਨਹੀਂ ਹੋਇਆ, ਮਰਦਾ ਹੀ ਹੈ। ਤੇ ਸਾਹਿਬ ਕਹਿੰਦੇ ਉਹਨਾਂ ਵਾਸਤੇ ਸਮਝੋ ਕਿ ਜਿਹੜੇ ਜਮਦੂਤ ਸਨ ਨਾ ਉਹ ਜ਼ਹਿਰ ਖਾ ਕਰਕੇ ਮਰ ਗਏ। ਨਾਮ ਬਾਣੀ ਮਨੁੱਖ ਵਾਸਤੇ ਜੀਵ ਵਾਸਤੇ ਅੰਮ੍ਰਿਤ ਹੈ, ਅਮਰ ਕਰਨ ਵਾਲਾ, ਪਰ ਜਮਦੂਤਾਂ ਵਾਸਤੇ ਉਹ ਜ਼ਹਿਰ ਦੀ ਨਿਆਈ, ਕਿਉਂਕਿ ਜਮਦੂਤਾਂ ਨੂੰ ਇਹ ਨਾਮ ਬਾਣੀ ਸਾੜਦੀ ਹੈ। ਜਮਦੂਤ ਇੱਥੋਂ ਡਰ ਕੇ ਦੂਰ ਭੱਜਦੇ ਹਨ। ਤਾਈਏ ਸਾਹਿਬਾਂ ਕਿਹਾ ਹੈ ਕਿ ਜਮ ਲੱਜਾ ਹੈ ਕਰ ਭਾਗਾ, ਸ਼ਰਮਿੰਦਾ ਹੋ ਕਰਕੇ ਜਮ ਜਿਹੜਾ ਦੌੜ ਜਾਂਦਾ ਹੈ। ਸੋ ਦੂਰ ਨਹੀਂ ਉਹ ਜਮ ਕੀ ਬਾਟ, ਜਮਾਂ ਵਾਲਾ ਰਸਤਾ ਦੂਰ ਰਹਿ ਜਾਂਦਾ ਹੈ। ਜਮਦੂਤ ਜਿਹੜੇ ਸਨ ਉਹ ਜ਼ਹਿਰ ਖਾ ਕੇ ਸਮਝੋ ਮਰ ਗਏ। ਤੇ ਜਿਹੜਾ ਮਰ ਗਿਆ ਹੋਵੇ ਤੇ ਉਹਨੇ ਆ ਕੇ ਕਿਸੇ ਨੂੰ ਕੀ ਮਾਰਨਾ ਕੁੱਟਣਾ ਹੈ, ਜਿਹੜਾ ਖੁਦ ਹੀ ਮਰਿਆ ਹੈ। ਮੁਰਦਾ ਕਦੇ ਕਿਸੇ ਨੂੰ ਸੱਟ ਪੇਟ ਨਹੀਂ ਮਾਰਦਾ, ਜਿਉਂਦਾ ਹੀ ਮਾਰ ਸਕਦਾ। ਤੇ ਜਮਦੂਤ ਮਾਰੀ ਗਏ ਸਾਹਿਬ ਕਹਿੰਦੇ। ਤੇ ਜਿਸ ਕਰਕੇ ਫਿਰ ਹੁਣ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਪਰਮਾਤਮਾ ਨੂੰ ਮਿਲ ਕੇ ਸਦੀਵੀ ਸੁੱਖ ਹਾਸਲ ਕਰ ਲਿਆ। ਨਾਵ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਹੁਣ ਅਕਾਲ ਪੁਰਖ ਨਾਲ ਸਿੱਧੇ ਬਚਨ ਹੋ ਰਹੇ ਹਨ। ਬਾਬਾ ਫਰੀਦ ਸਾਹਿਬ ਜੀ ਦੇ ਵੀ ਹੋਏ ਇੱਕ ਵਾਰੀ ਬਚਨ, ਤੇ ਉਹਨਾਂ ਨੇ ਕੀ ਕਿਹਾ ਬਚਨ। ਮਹਾਂਪੁਰਖਾਂ ਨੇ ਪਾਵਨ ਸ਼ਲੋਕਾਂ ਦੇ ਵਿੱਚ ਉਹ ਬਚਨ ਉਚਾਰਨ ਕੀਤਾ ਹੈ ਕਿ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇਕਰ ਤੂੰ ਮੇਰਾ ਬਣ ਜਾਵੇ ਨਾ ਸਾਰਾ ਸੰਸਾਰ ਹੀ ਤੇਰਾ ਹੋ ਜਾਵੇ, ਤੂੰ ਮੇਰਾ ਬਣ ਜਾ। ਗੁਰੂ ਸਾਹਿਬ ਕਹਿੰਦੇ ਅਕਾਲ ਪੁਰਖ ਪਤਾ ਕੀ ਕਹਿੰਦਾ ਹੈ, ਨਾਵੇ ਅੰਦਰ ਹਉ ਵਸਾਂ। ਮੈਂ ਕਿੱਥੇ ਵਸਦਾ ਹਾਂ? ਨਾਵੇ ਦਾ ਅਰਥ ਹੈ ਨਾਮ ਦੇ ਅੰਦਰ। ਮੇਰਾ ਵਾਸਾ ਹੈ ਵਾਹਿਗੁਰੂ ਪਰਮੇਸ਼ਰ ਕਹਿੰਦੇ ਨਾਮ ਦੇ ਅੰਦਰ। ਨਾਮ ਵਸੇ ਮਨ ਆਏ, ਜਦੋਂ ਨਾਮ ਮਨ ਵਿੱਚ ਵਸ ਜਾਵੇ ਫਿਰ ਪਰਮੇਸ਼ਰ ਜੀ ਕਹਿੰਦੇ ਮੈਂ ਆ ਕਰਕੇ ਮਨ ਵਿੱਚ ਵਸ ਜਾਂਦਾ ਹਾਂ। ਕਿਉਂਕਿ ਨਾਮ ਤੇ ਨਾਮੀ ਵਿੱਚ ਕੋਈ ਭਿੰਨ ਭੇਦ ਵਖਰੇਵਾ ਦੂਰੀ ਨਹੀਂ ਹੋਇਆ ਕਰਦੀ। ਨਾਮ ਵੀ ਹਸਤੀ ਰੱਖਦਾ, ਸ਼ਕਤੀ ਰੱਖਦਾ। ਪਰਮਾਤਮਾ ਦਾ ਨਾਮ ਸਮਰੱਥਾ ਵਾਲਾ ਹੈ, ਹੋਂਦ ਵਾਲਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨਾਵੇ ਅੰਦਰ ਹਉ ਵਸਾਂ। ਜਿੰਨਾ ਚਿਰ ਮਨੁੱਖ ਦਾ ਆਪਣਾ ਨਾਮ ਚੱਲਦਾ ਹੈ ਕਿ ਮੇਰਾ ਵੀ ਨਾਮ ਹੈ, ਉਹਨਾਂ ਚਿਰ ਪਰਮਾਤਮਾ ਨੇੜੇ ਨਹੀਂ ਆਉਂਦਾ। ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਦੋਵਾਂ ਦਾ ਵਾਸਾ ਇੱਕ ਥਾਂ ਤੇ ਨਹੀਂ ਹੋ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਕਿ ਮੈਂ ਨਾਮ ਅੰਦਰ ਵਸਦਾ ਹਾਂ। ਤੇ ਨਾਮ ਜਦੋਂ ਆ ਕੇ ਕਿਸੇ ਦੇ ਮਨ ਵਿੱਚ ਵਸ ਜਾਂਦਾ ਹੈ ਉੱਥੇ ਮੇਰਾ ਵਾਸਾ ਹੁੰਦਾ ਹੈ। ਗੁਰੂ ਬਾਰ ਹੈ ਬਿਨ ਸ਼ਬਦ ਗੂਰ ਨਾ ਪਾਏ। ਮਨੁੱਖ ਦੇ ਜੀਵਨ ਦੇ ਅੰਦਰ ਬਾਝ ਗੁਰੂ ਗੁਬਾਰ, ਗੁਬਾਰ ਦਾ ਅਰਥ ਹੁੰਦਾ ਸੰਘਣਾ ਗਾੜਾ ਹਨੇਰਾ, ਜਿਸ ਬਾਰੇ ਪਿਛਲੇ ਦਿਨੇ ਵੀ ਵਿਚਾਰ ਕੀਤੀ ਸੀ। ਬਾਝ ਗੁਰੂ ਡੁੱਬਾ ਸੰਸਾਰ, ਸਾਰਾ ਸੰਸਾਰ ਅਗਿਆਨਤਾ ਦੇ ਹਨੇਰੇ ਵਿੱਚ ਹੀ ਗਰਕ ਹੋ ਜਾਂਦਾ ਹੈ। ਸੱਚੇ ਸਤਿਗੁਰੂ ਦੀ ਰੌਸ਼ਨੀ ਤੋਂ ਬਿਨਾਂ, ਰੂਹਾਨੀ ਸ਼ਕਤੀ ਤੋਂ ਬਿਨਾਂ। ਬਾਝ ਗੁਰੂ ਤੋਂ ਭਾਵ ਹੈ ਬਿਨਾਂ ਗੁਰੂ ਧਾਰਨ ਕਰਨ ਤੋਂ। ਪੰਚਮ ਪਾਤਸ਼ਾਹ ਦਾ ਬਚਨ ਹੈ ਗੁਰ ਮੰਦਰ ਹੀ ਨਸ ਜੋ ਪ੍ਰਾਣੀ ਤ੍ਰਿਗ ਜਨਮ ਪ੍ਰਸਟਨ ਹੈ।
ਉਹਨਾਂ ਦਾ ਜਨਮ ਹੀ ਤ੍ਰਿਗਾਕਾਰ ਹੈ। ਸੋ ਭੱਟ ਸਾਹਿਬਾਨਾਂ ਨੂੰ ਵੀ ਇਹ ਸਮਝ ਪੈ ਗਈ ਕਿ ਪਾਵਨ ਸਾਈਆਂ ਦੇ ਵਿੱਚ ਉਹਨਾਂ ਵੀ ਇਹ ਪਾਵਨ ਭਜਨ ਉਚਾਰਨ ਕੀਤਾ ਹੈ। ਗੁਰ ਬਿਨ ਸਿਰਫ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਾ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਵਾਰ ਵਾਰ ਭਾਈ ਗੁਰੂ ਗੁਰੂ ਜਪਿਆ ਕਰੋ। ਗੁਰੂ ਤੋਂ ਬਿਨਾਂ ਜੀਵਨ ਵਿੱਚ ਅੰਧਕਾਰ ਫੈਲਿਆ ਰਹਿੰਦਾ ਹੈ। ਨਾਮ ਤੇ ਗਿਆਨ ਦੀ ਰੌਸ਼ਨੀ ਪ੍ਰਾਪਤ ਨਹੀਂ ਹੁੰਦੀ। ਬਿਨ ਸ਼ਬਦ ਬੂਝ ਨਾ ਪਾਏ, ਬਿਨਾਂ ਸੱਚੇ ਸਤਿਗੁਰੂ ਦੇ ਸ਼ਬਦ ਦਾ ਅਰਥ ਉਪਦੇਸ਼ ਸਿੱਖਿਆ ਤੋਂ ਬੰਦੇ ਨੂੰ ਬੂਝ ਦਾ ਅਰਥ ਹੁੰਦਾ ਸੋਝੀ, ਗਿਆਨ ਸਮਝ ਨਾ ਪਾਏ ਨਹੀਂ ਪੈਂਦੀ। ਜਿੰਨਾ ਚਿਰ ਸਤਿਗੁਰੂ ਨਾ ਸਮਝਾਉਣ, ਸਿੱਖਿਆ ਨਾ ਦੇਣ, ਪਰਲੋਕ ਦੇ ਹਰ ਪ੍ਰਕਾਰ ਦੇ ਜੋ ਦੁੱਖ ਹਨ ਉਹ ਸਾਡੇ ਸਾਹਮਣੇ ਨਾ ਰੱਖਣ, ਬੰਦਾ ਸਮਝਣ ਵਾਸਤੇ ਕਿੱਥੇ ਤਿਆਰ ਹੈ। ਉਹਨੂੰ ਕੋਈ ਸਿਆਣਾ ਡਾਕਟਰ ਦੱਸਦਾ ਵੇ, ਕੋਈ ਟੈਸਟ ਵੇਖ ਕੇ ਤੁਹਾਡੇ ਸਰੀਰ ਜਾਂ ਬਿਮਾਰੀ ਜਾਂ ਦਵਾਈ ਖਾਓ, ਤੇ ਬੰਦਾ ਫਿਰ ਚਾਹੁੰਦਾ ਕਿ ਛੇਤੀ ਤੰਦਰੁਸਤ ਹੋਵਾਂ, ਦਵਾਈ ਖਾਵਾਂ ਭਾਵੇਂ ਮਹਿੰਗੀ ਕਿਉਂ ਨਾ ਹੋਵੇ। ਤੇ ਗੁਰੂ ਸਾਹਿਬ ਜਦੋਂ ਦੱਸਦੇ ਕਿ ਭਾਈ ਪਰਲੋਕ ਵਿੱਚ ਬੜਾ ਡੰਡਾ ਵਰਦਾ ਜੇ, ਉੱਥੇ ਬੜੀਆਂ ਭਿਆਨਕ ਸਜ਼ਾਵਾਂ ਹਨ। ਇੱਕ ਗਰਮ ਕੜਾਏ ਦਾ ਜ਼ਿਕਰ ਕੀਤਾ ਹੈ, ਗਰਮ ਥੰਮ ਦਾ ਵੀ ਬਾਣੀ 'ਚ ਜ਼ਿਕਰ ਹੈ। ਤੇ ਫਿਰ ਜਦੋਂ ਕੋਈ ਗੁਰੂ ਦੀ ਗੱਲ ਸੁਣਦਾ ਸਮਝਦਾ ਹੈ, ਫਿਰ ਉਸ ਨੂੰ ਸੋਝੀ ਮਿਲਦੀ ਹੈ ਪਰਲੋਕ ਦੇ ਬਾਰੇ, ਆਪਣੀ ਆਤਮਾ ਦੇ ਬਾਰੇ, ਸਵੈ ਸਰੂਪ ਬਾਰੇ ਉਸ ਨੂੰ ਲਗਤਾ ਹੁੰਦੀ ਹੈ। ਨਹੀਂ ਤਾਂ ਬਿਨ ਸ਼ਬਦੇ ਬੂਝ ਨਾ ਪਾਏ, ਬਿਨਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਤੋਂ, ਸ਼ਬਦ ਦੀ ਕਮਾਈ ਸਿੱਖਿਆ ਤੋਂ ਆਪਣੇ ਆਤਮਿਕ ਸਰੂਪ ਦੀ, ਪਰਮਾਤਮਾ ਦੀ ਸਮਝ ਗਿਆਤ ਸੋਝੀ ਹਾਸਲ ਨਹੀਂ ਹੋ ਸਕਦੀ। ਗੁਰਮਤਿ ਪ੍ਰਗਾਸ ਹੋਏ, ਸੱਚ ਰਹਿ ਲਿਵਲਾਏ। ਜਦੋਂ ਵੀ ਕਿਸੇ ਦੇ ਹਿਰਦੇ 'ਚ ਪ੍ਰਕਾਸ਼ ਹੁੰਦਾ ਨਾ, ਸਾਹਿਬ ਕਹਿੰਦੇ ਗੁਰਮਤਿ, ਗੁਰੂ ਦੀ ਮੱਤ ਦੁਆਰਾ ਹੀ। ਤਾਂ ਹੀ ਇਹ ਸਾਹਿਬਾਂ ਕਿਹਾ ਕਿ ਗੁਰ ਕੀ ਮੱਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਲਓ, ਮਨ ਦੀ ਮੱਤ ਛੱਡ ਦਓ। ਮਨ ਕੀ ਮੱਤ ਤਿਆਗੋ ਹਰ ਜਨ, ਗੁਰ ਸਤਿਗੁਰ ਕੀ ਮੱਤ ਲੈਣੀ। ਗੁਰੂ ਦੀ ਮੱਤ ਲਓ, ਮਨ ਦੀ ਮੱਤ ਛੱਡ ਦਿਓ। ਪਰ ਹੈ ਬੜੀ ਔਖੀ। ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਬੜੀ ਕਠਿਨ ਗੱਲ ਹੈ ਮਨ ਦੀ ਮੱਤ ਛੱਡਣੀ। ਗੁਰਮਤਿ ਪ੍ਰਗਾਸ ਹੋਏ, ਗੁਰੂ ਦੀ ਮੱਤ ਦੁਆਰਾ ਹੀ ਅੰਤਰਾਤਮੇ ਹਿਰਦੇ 'ਚ ਆਤਮ ਪ੍ਰਕਾਸ਼ ਹੁੰਦਾ ਹੈ। ਨਾਮ ਦੀ ਰੌਸ਼ਨੀ ਪ੍ਰਾਪਤ ਹੁੰਦੀ ਹੈ। ਸੱਚ ਰਹੇ ਲਿਵ ਲਾਏ, ਜਿਹੜੇ ਸੱਚੇ ਗੁਰੂ ਦਾ ਉਪਦੇਸ਼ ਲੈ ਕੇ ਨਾਮ ਸਰਵ 'ਚ ਲਿਵ ਲਾ ਕਰਕੇ ਰਹਿੰਦੇ ਹਨ, ਉਹ ਫਿਰ ਲਿਵ ਲਾ ਕਰਕੇ ਸਦਾ ਟਿਕ ਜਾਂਦੇ ਹਨ। ਜਿੱਥੈ ਕਾਲ ਨ ਸੰਚਰੈ, ਜੋਤੀ ਜੋਤ ਸਮਾਏ। ਉਸ ਅਵਸਥਾ ਵਿੱਚ ਫਿਰ ਕਾਲ ਨਾ ਸੰਚਰੈ। ਸੰਚਰੇ ਦਾ ਅਰਥ ਹੁੰਦਾ ਪਹੁੰਚ ਕਰਨੀ, ਉੱਥੇ ਪਹੁੰਚਣਾ, ਉੱਥੇ ਪ੍ਰਭਾਵ ਪਾਉਣਾ। ਉਸ ਅਵਸਥਾ ਵਿੱਚ ਸਾਹਿਬ ਕਹਿੰਦੇ ਕਾਲ ਨਾ ਸੰਚਰੇ, ਕਾਲ ਆਪਣੀ ਪਹੁੰਚ ਨਹੀਂ ਰੱਖ ਸਕਦਾ, ਕਾਲ ਪ੍ਰਭਾਵ ਨਹੀਂ ਪਾ ਸਕਦਾ। ਉੱਥੇ ਬੰਦਾ ਕਾਲ ਤੋਂ ਮੁਕਤ ਹੋ ਜਾਂਦਾ। ਜੋਤੀ ਜੋਤ ਸਮਾਏ, ਮਾਲਕ ਦੀ ਜੋਤ ਵਿੱਚ, ਪਰਤਕ ਜੋਤੀ ਵਿੱਚ ਇਹ ਜੋਤ ਸਮਾ ਜਾਂਦੀ ਹੈ। ਸਦੀਆਂ ਬਾਅਦ ਕਦੀ ਕਦਾਈ ਕੋਈ ਇਹੋ ਜਿਹਾ ਮਹਾਂਪੁਰਖ ਸੰਸਾਰ ਤੇ ਆਉਂਦਾ ਜਿਹਦੀ ਆਤਮਾ ਪਰਮਾਤਮਾ ਵਿੱਚ ਸਮਾ ਜਾਂਦੀ, ਜਿਹਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਜੋਤ ਵਿੱਚ ਜੋਤ ਸਮਾ ਗਈ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਨਾਮ, ਜੋ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰਮੁਖਾਂ ਦੀ ਜੋਤ ਪਰਮਾਤਮਾ ਵਿੱਚ ਮਿਲ ਜਾਂਦੀ ਹੈ। ਉਸ ਅਵਸਥਾ ਵਿੱਚ ਫਿਰ ਸਾਹਿਬ ਕਹਿੰਦੇ ਕਾਲ ਨਾ ਸੰਚਰੇ, ਉੱਥੇ ਕਾਲ ਜਿਹੜਾ ਪਹੁੰਚ ਨਹੀਂ ਸਕਦਾ, ਕਾਲ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਤੂੰ ਹੈ ਸਾਜਨ ਤੂੰ ਸੁਜਾਨ, ਤੂੰ ਆਪੇ ਨਿਰਗੁਣਹਾਰ। ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀਆਂ ਕਰਦੇ ਨੇ ਸਾਹਿਬ ਜੀ, ਤੂੰ ਹੈ ਸਾਜਨ, ਤੂੰ ਹੀ ਸੱਚਾ ਸਾਜਨ। ਸਾਜਨ ਕਹੀਏ ਮਿੱਤਰ ਹੈ, ਦੋਸਤ ਹੈ। ਤੂੰ ਸਜਾਨ, ਤੂੰ ਹੀ ਸਜਾਨ ਦਾ ਅਰਥ ਹੈ ਅੰਤਰਜਾਮੀ ਹੈ। ਤੂੰ ਆਪੇ ਮਿਲਨਹਾਰ, ਵਿਛੜੀਆਂ ਹੋਈਆਂ ਆਤਮਾ ਜੀਵਾਂ ਨੂੰ ਆਪਣੇ ਨਾਲ ਤੂੰ ਆਪ ਹੀ ਮਿਲਣ ਵਾਲਾ ਹੈ, ਮਿਲਾਉਣ ਵਾਲਾ ਹੈ। ਗੁਰ ਸ਼ਬਦੀ ਸਲਾਹੀ ਹੈ, ਅੰਤ ਨ ਪਾਰਾਵਾਰ। ਹਾਂ, ਗੁਰੂ ਪਾਤਸ਼ਾਹ ਦੇ ਸ਼ਬਦੀ ਸ਼ਬਦ ਦੁਆਰਾ, ਸਿੱਖਿਆ ਦੁਆਰਾ ਤੈਨੂੰ ਸਲਾਹੀਏ, ਸਲਾਹਿਆ ਜਾਂਦਾ, ਤੇਰੀ ਸਿਫਤ ਕੀਤੀ ਜਾਂਦੀ ਹੈ। ਸਲਾਹੀਏ ਦਾ ਅਰਥ ਹੈ ਭਾਈ ਸਲਾਹਣਾ ਚਾਹੀਦਾ, ਵਡਿਆਈ ਕਰਨੀ ਚਾਹੀਦੀ, ਕੀਮਤੀ ਗੈਰ ਕਰਨੀ ਚਾਹੀਦੀ ਹੈ। ਕਿਸ ਦੀ? ਅੰਤ ਨਾ ਪਾਰਾਵਾਰ।
जी का कोई अंत पारावार नहीं, अंत न अंता सदा बेअंता। तू पार ब्रह्म बेअंत बेअंत जी, तेरे क्या गुण आख बखान। जपजी साहब जी ਦੇ ਅੰਦਰ ਹੀ ਸਾਹਿਬਾਂ ਦੱਸ ਦਿੱਤਾ ਕਿ ਅੰਤ ਨਾ ਸਿਫਤੇ ਕਹਿਣ ਨਾ ਅੰਤ ਨਾ ਕਰਨਾ ਦੇਣ ਨਾ ਅੰਤ। ਕੋਈ ਉਹਦਾ ਅੰਤ ਪਾਰਾਵਾਰ ਨੇ ਅਖੀਰ ਤੇ ਕਹਿ ਦਿੱਤਾ ਹੈ ਕਿ ਉਹਦਾ ਅੰਤ ਪਾਰਾਵਾਰ ਕੋਈ ਹੈ ਹੀ ਨਹੀਂ ਹੈ। कोई उरला ते कोई परला किनारा है नहीं, कोई सीमा हद पट्टी बंदी है नहीं, इस वास्ते वो बेअंत है। सो उस बेअंत नूं ही साहब कहते सलाहना करिए। किथे काल न अपड़ै, जिथे गुर का शब्द अपार। शुरुआत दे विच ही साहिबां ने काल दा जिक्र कीता सी कि हरेक जीव नूं काल खा जांदा है, काल दुखी करदा है। तीन उदाहरणां दित्तियां सन कि जिवें मच्छी नूं जाल पै जांदा है, आकाश च उड़दे होए पंछी नूं बाज झपट लैंदा है, इसे तरह ही धरती ते विचरण वाले जानवरां जीवां नूं बदक शिकारी जाल ला के फसा लैंदा है। गुरमुख जीव जिहड़े हन इसे तरह ही काल जिहड़ा है उहदे पास भी जाल है। जमदूत जिहड़े ने मौत दा जाल ले करके ते जीवां दी आत्मा नूं फसा लैंदे। पर गुरमुख जब उस अवस्था ते पहुंच जाते तिथे काल ना अपड़े, अपड़े का अर्थ है अपड़ता नहीं, पहुंचता नहीं। तिथे का अर्थ है उस अवस्था विच जिन्हों तुरिया पद बाणी ने आख्या चौथी भूमिका, उत्थे काल का वास ही नहीं चलता, उत्थे काल नहीं अपड़ सकता, पहुंच सकता। किथे? जिथे गुर का शब्द अपार, जिथे अपार सतगुरु सच्चे पातशाह महाराज जी का शब्द वरतदा है। गुर का शब्द रखवारे चौकी चौगिरद हमारे, चौकी बैठ जाती। पुराने समय में अज भी चौकियां बिठाइया जांदियां सन रखिया वास्ते। गुरु का शब्द वो चौकी है जिहड़ी हर प्रकार की सहायता करती, रखिया करती है। गुर का शब्द अपार, अपार सतगुरु पातशाह का शब्द जिथे रखवाला ना साहब कहते उत्थे काल की पहुंच नहीं रहिंदी। हुक्मी सदे उपज है, हुक्मी कार कमाए। ये ब्रह्म दृष्टि का वचन है। जिस अवस्था च पहुंच के सब कुछ का करता तरता काल पुरख ही प्रतीत होता है, दिसदा है। हुक्मी सभे उपजे, सो वाहिगुरु हुक्मी दे हुक्म वल्लों ओहदे विचों सारे जीव उपजे पैदा हुंदे ने। उस हुक्मी दी हुक्म अनुसार ही कार कमाए सारे जीव कार करते हैं। जो किसी ने मालिक ने कार दी वो करता है। हुक्मी काल वस है, हुक्मी साथ समाही। उस हुक्मी अकाल पुरख वाहिगुरु दे हुक्म अनुसार ही जीव काल वस है, काल दे वस विच पैंदा है। ते हुक्मी साथ समाए, हुक्म अनुसार ही सच विच समाउंदा। इत्थे हुण इह ना समझना कि छुट्टी मिल गई है कि रब दे हुक्म अनुसार ही सब कुछ हुंदा। जेकर मनुख चोरी करता तो उहदे वास्ते कैद खाने भी ऐसे दुनिया में बने ने। ये ब्रह्म दृष्टि है। अखीर से जाके जदों महापुरख नूं दिसदा कि सब कुछ का करता धरता काल पुरख परमेश्वर ही है, ਉਹਦੇ ਹੁਕਮ ਅਨੁਸਾਰ ਹੀ ਕਾਲ ਦੇ ਉੱਤੇ ਚੱਕਰ ਤੋਂ ਮਨੁੱਖ ਬਚਦਾ ਹੈ, ਉਹਦੇ ਹੁਕਮ ਅਨੁਸਾਰ ਹੀ ਕਾਲ ਦੇ ਚੱਕਰ ਵਿੱਚ ਫਸਦਾ ਹੈ, ਹੁਕਮ ਅਨੁਸਾਰ ਹੀ ਸੱਚ ਵਿੱਚ ਹਮੇਸ਼ਾ ਦੇ ਲਈ ਸਮਾ ਜਾਂਦਾ ਹੈ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਨਾ ਜਨਤਾ ਵਸ ਕਿਛ ਨਾਹੀ। ਇਹ ਵੀ ਬ੍ਰਹਮ ਦ੍ਰਿਸ਼ਟੀ ਹੈ। ਸਾਹਿਬ ਕਹਿੰਦੇ ਜੋ ਤਿਸ ਭਾਵੇ, ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਜੋ ਤਿਸ ਭਾਵੇ, ਭਾਵੇ ਦਾ ਅਰਥ ਦਾ ਭਾਉਂਦਾ ਚੰਗਾ ਲੱਗਦਾ ਹੈ, ਜੋ ਦੀ ਮਰਜ਼ੀ ਹੈ। ਜੋ ਤਿਸ ਭਾਵੇ, ਜੋ ਨੂੰ ਭਾਉਂਦਾ ਨਾ ਸੋ ਥੀਐ, ਥੀਐ ਦਾ ਅਰਥ ਹੈ ਹੋਣਾ, ਹੁੰਦਾ ਹੈ, ਉਹੀ ਹੋ ਕਰਕੇ ਰਹਿੰਦਾ ਹੈ। ਆਸਾ ਦੀ ਦੀਵਾਰ ਦਾ ਸ਼ਬਦ ਬੜੀ ਵਾਰੀ ਸੁਣਿਆ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਮੇਰੇ ਚਿਤ ਚਿਤ ਸਕੀਨਾ ਧਿਆਨ ਮੋਦਰ ਬਿਬੇ ਨ ਜਾਣ ਸ ਕੋਈ, ਜੇ ਧਾਵੇ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਉਹੀ ਹੁੰਦਾ ਜੋ ਅਕਾਲ ਪੁਰਖ ਪਰਮੇਸ਼ਰ ਕਰਦਾ, ਜਿਉਂ ਜਿਉਂ ਤੇਰਾ ਹੁਕਮ ਤੇਰਾ ਤਿਉਂ ਹੋਵਣਾ, ਸੋ ਥੀਏ ਉਹੀ ਹੁੰਦਾ ਹੈ। ਇਹਨਾਂ ਜਨਤਾ ਵਾਸ ਕਿਛ ਨਾ ਹੈ। ਇਹ ਜਿਹੜੇ ਜੰਤ ਜੀਵ ਹਨ ਸਾਹਿਬ ਕਹਿੰਦੇ ਇਹਨਾਂ ਦੇ ਵਾਸ ਵਿੱਚ ਕੁਝ ਵੀ ਨਹੀਂ। ਵਸ ਦਾ ਅਰਥ ਅਖਤਿਆਰ ਵਿੱਚ, ਆਪਣੀ ਮਰਜ਼ੀ ਦੇ ਵਿੱਚ। ਸੋ ਤਾਈਏ ਬਾਣੀ ਦੇ ਥਾਵਾਂ ਥਾਵਾਂ ਤੇ ਗਿਆ ਕਿ ਹਮ ਜੰਤ ਤੁਮ ਪੁਰਖ ਜੰਤੈਨੀ, ਅਸੀਂ ਤੇਰੇ ਜੀਵ ਜੰਤੂ ਹਾਂ, ਜੰਤਰ ਹਾਂ ਤੇ ਤੂੰ ਉਹਨਾਂ ਨੂੰ ਵਜਾਉਣ ਵਾਲਾ ਹੈ। ਵਜੰਤਰੀ ਹੈ, ਇੱਕ ਵਾਜਾ ਹੁੰਦਾ, ਇੱਕ ਵਾਜੇ ਨੂੰ ਵਜਾਉਣ ਵਾਲਾ ਹੁੰਦਾ ਹੈ।
ਉਹਨੂੰ ਵਜੰਤਰੀ ਕਹਿੰਦੇ ਨੇ। ਤੇ ਮਾਲਕ ਉਹ ਵਜੰਤਰੀ ਹੈ ਜੋ ਜੀਵਾਂ ਰੂਪੀ ਬਾਜਿਆਂ ਨੂੰ ਵਜਾਉਂਦਾ ਹੈ। ਇਹਨਾਂ ਜਨਤਾ ਵਸ ਕਿਛ ਨਾ ਹੈ, ਸੋ ਸਭ ਕਿਛ ਤੇਰੇ ਵਸ ਅਗਮ ਅਗੋਚਰਾ। ਸਾਰਾ ਕੁਛ ਹੀ ਤੇਰੇ ਹੱਥ ਵਸ ਵਿੱਚ ਹੈ, ਹੋਰ ਕਿਸੇ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ। ਜਿਵੇਂ ਤੈਨੂੰ ਭਾਉਂਦਾ ਤੂੰ ਉਸੇ ਤਰ੍ਹਾਂ ਹੀ ਆਪਣੇ ਹੁਕਮ ਅਨੁਸਾਰ ਜੀਵਾਂ ਨੂੰ ਚਲਾਉਂਦਾ ਹੈ। ਇਹ ਬਾਣੀ ਉਪਦੇਸ਼ ਜਗਤ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਲ ਚੱਕਰ ਦੀ ਵਿਆਖਿਆ ਕਰਦਿਆਂ ਹੋਇਆਂ ਬਖਸ਼ਿਸ਼ ਕੀਤਾ ਕਿ ਭਾਈ, ਜਿਵੇਂ ਮੱਛੀ ਦੇ, ਪੰਛੀ ਦੇ, ਜੰਗਲ ਵਿੱਚ ਵਿਚਰਨ ਵਾਲੇ ਹਿਰਨ ਇਤਿਆਦਿਕ ਜੀਵਾਂ ਦੇ ਉੱਪਰ ਕਾਲ ਮੰਡਰਾਉਂਦਾ ਰਹਿੰਦਾ ਨਾ, ਪਤਾ ਨਹੀਂ ਕਦੋਂ ਫਾਹੀ ਲੱਗ ਜਾਏ। ਇਸੇ ਤਰ੍ਹਾਂ ਹੀ ਭਾਈ ਰੇ ਇਉਂ ਸਿਰ ਜਾਨੋ ਕਾਲ, ਜੋ ਮੱਛੀ ਤਿਉ ਮਾਨਸਾ, ਪਵੇ ਅਚਿੰਤਾ ਜਾਤ। ਤੇ ਸ਼ਬਦ ਦਾ ਭਾਵ ਕੀ ਹੈ ਕਿ ਭਾਈ ਨਹਿ ਬਾਰਕ ਨਹਿ ਜੋਬਨੈ, ਨਹਿ ਬਿਰਧੀ ਕਛ ਬੰਦ, ਉਹ ਮੇਰਾ ਨਹਿ ਬੁਝੀਐ, ਜੋ ਆਏ ਪਰ ਜਮ ਫੰਦ। ਪਤਾ ਨਹੀਂ ਉਹ ਕਦੋਂ ਸਮਾਂ ਆ ਜਾਏ ਜਦੋਂ ਜਮਾਂ ਦਾ ਫੰਦਾ ਪੈ ਜਾਏ। ਇਸ ਵਾਸਤੇ ਅਜੂ ਸਮਝ ਕਛ ਬਿਗੜਿਓ, ਨਾਹਿਨ ਭਜ ਲੈ ਰਾਮ ਮੁਰਾਦ। ਪੰਜਾਬੀ ਚ ਕਹਿੰਦੇ ਡੁੱਲੇ ਫੇਰਾਂ ਦਾ ਕੁਛ ਨਹੀਂ ਵਿਗੜਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਭਾਈ ਅਜੇ ਵੀ ਕੁਛ ਨਹੀਂ ਵਿਗੜਿਆ, ਜੇ ਸਵਾਸ ਬਾਕੀ ਨੇ ਉਹਨਾਂ ਨੂੰ ਸੰਭਾਲ ਲਓ, ਨਾਮ ਜਪ ਲਓ, ਸਿਮਰਨ ਕਰ ਲਓ, ਜਮਾਂ ਦੀ ਫਾਹੀ ਤੋਂ ਮੁਕਤ ਹੋ ਜਾਓਗੇ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਜਿੱਥੇ ਕਾਲ ਚੱਕਰ ਦਾ ਜ਼ਿਕਰ ਕੀਤਾ, ਉੱਥੇ ਕਾਲ ਚੱਕਰ ਦੇ ਭੈ ਤੋਂ, ਉਹਦੇ ਦੇਸ਼ ਕਾਲ ਤੋਂ ਕਿਵੇਂ ਉੱਪਰ ਉੱਠਿਆ ਜਾ ਸਕਦਾ, ਉਹ ਜੁਗਤ ਸਹਿਮਤ ਸਮਝਾਈ ਹੈ ਕਿ ਉੱਥੇ ਕਾਲ ਆਪਣਾ ਪ੍ਰਭਾਵ ਨਹੀਂ ਪਾਉਂਦਾ ਜਿੱਥੇ ਗੁਰੂ ਦੇ ਸ਼ਬਦ ਦਾ ਵਾਸਾ ਹੋਵੇ। ਗੁਰੂ ਦੇ ਸ਼ਬਦ ਦੀ ਰੌਸ਼ਨੀ ਵਿੱਚ ਅਗਿਆਨਤਾ ਦਾ ਅੰਧਕਾਰ ਆ ਕਰਕੇ ਪਰੇਸ਼ਾਨ ਨਹੀਂ ਕਰਦਾ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਹਿਬਾਂ ਜੀ ਦਾ ਪਾਵਨ ਬਖਸ਼ਿਆ ਉਪਦੇਸ਼ ਸਾਡੇ ਮਨ ਬੁੱਧ ਚਿੱਤ ਹਿਰਦੇ ਵਿੱਚ ਵਸ ਜਾਏ। ਜੀਵਨ ਕਾਲ ਵਿੱਚ ਵਿਚਰਦਿਆਂ ਸਹਿਬਾਂ ਜੀ ਦਾ ਪਾਵਨ ਉਪਦੇਸ਼ ਕਮਾ ਸਕੀਏ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਆਗਾਧ ਬੁੱਧ ਹੈ, ਤੁਸ਼ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ, ਸਤਿਗੁਰੂ ਜੀ ਦੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣ ਲੱਗੇ ਵਾਸਤੇ ਸਮਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹੁਕਮੀ ਕਾਲ ਵਸ ਹੈ, ਹੁਕਮੀ ਸਾਚ ਸਮਾਹੀ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਹਨਾਂ ਜਨਤਾ ਵਸ ਕਿਛ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।